ਇੰਦਰਬੀਰ ਨਿੱਜਰ ਦਾ ਅਸਤੀਫਾ ਵੀ ਬਹੁਤ ਅਹਿਮ ਹੈ ਔਰ ਇਹ ਵੀ ਜਿਹੜੇ ਸਿੱਖ ਚਿਹਰੇ ਨੇ ਇਸ ਸਮੇਂ ਆਮ ਆਦਮੀ ਪਾਰਟੀ ਦੇ ਵਿੱਚ, ਉਹਨਾਂ ਦੇ ਵਿੱਚੋਂ ਇੱਕ ਵੱਡਾ ਚਿਹਰਾ ਇੰਦਰਬੀਰ ਸਿੰਘ ਨਿੱਜਰ। ਚੀਫ ਖਾਲਸਾ ਦੀਵਾਨ ਦੇ ਨਾਲ ਵੀ ਇਸ ਸਮੇਂ ਇੰਦਰਬੀਰ ਨਿੱਜਰ ਜੁੜੇ ਹੋਏ ਨੇ। ਐਸਜੀਪੀਸੀ ਚੋਣਾਂ ਨੂੰ ਲੈ ਕੇ ਚਾਰਾਜੋਈ ਸ਼ੁਰੂ ਹੋਈ ਹੈ। ਇੱਕ ਵੱਡਾ ਚਿਹਰਾ ਉਹਨਾਂ ਨੂੰ ਫਿਲਹਾਲ ਕੈਬਨਿਟ ਤੋਂ ਬਾਹਰ ਜਾਂ ਕਹੀਏ ਕਿ ਛੁੱਟੀ ਕਰ ਦਿੱਤੀ ਗਈ ਹੈ। ਬੇਸ਼ੱਕ ਉਸ ਨੂੰ ਨਿੱਜੀ ਕਾਰਨਾਂ ਦਾ ਹਵਾਲਾ ਦੱਸਿਆ ਜਾ ਰਿਹਾ ਹੋਵੇ। ਇੱਕ ਵਾਰੀ ਪਹਿਲਾਂ ਪੂਰੀ ਖਬਰ ਦੇ ਉੱਤੇ ਹੋਰ ਜਾਣਕਾਰੀ ਲੈਣੇ ਆ। ਪੰਕਜ ਕਪਾਹੀ ਸਾਡੇ ਨਾਲ, ਸਾਡੇ ਸਹਿਯੋਗੀ ਜੁੜ ਰਹੇ ਨੇ। ਐਕਸਕਲੂਸਿਵ ਜਾਣਕਾਰੀ ਪੰਕਜ ਦੇ ਜ਼ਰੀਏ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਪੰਕਜ ਦਾ ਇੱਕ ਵਾਰ ਫਿਰ ਤੋਂ ਰੁਕ ਕਰਦੇ ਹਾਂ। ਪੰਕਜ, ਫੇਰ ਬਦਲ ਨੂੰ ਲੈ ਕੇ ਕੈਬਨਿਟ ਰੈਂਕ ਕਿਸ ਨੂੰ ਮਿਲ ਰਿਹਾ, ਉਸ ਨੂੰ ਲੈ ਕੇ ਸਥਿਤੀ ਕੁਝ ਹੋਰ ਸਪਸ਼ਟ ਹੋਈ। ਔਰ ਪੁਆਇੰਟ ਨੰਬਰ 2 ਜਿਸ ਦਾ ਅਸੀਂ ਜ਼ਿਕਰ ਪੋਰਟਫੋਲੀਓ ਨੂੰ ਲੈ ਕੇ ਕਿ ਪੋਰਟਫੋਲੀਓ ਸਾਰੇ ਚੇਂਜ ਹੁੰਦੇ ਹੋਏ ਨਜ਼ਰ ਆ ਸਕਦੇ ਨੇ ਜਾਂ ਜਿਹੜੇ 2 ਨਵੇਂ ਮੰਤਰੀ ਐਂਟਰ ਕਰ ਰਹੇ ਨੇ ਉਹਨਾਂ ਦੇ ਕੋਲ ਸਿੱਧੇ ਤੌਰ ਦੇ ਉੱਤੇ ਕੋਈ ਮੰਤਰਾਲੇ ਜਿਹੜੇ ਇੰਦਰਬੀਰ ਨਿੱਜਰ ਦੇ ਕੋਲ ਸੀ ਉਹ ਦੇ ਦਿੱਤੇ ਜਾਣਗੇ। देखो ज्यादा पोर्टफोलियो ਜਿਹੜੇ ਨੇ ਉਹਨਾਂ ਦੇ ਵਿੱਚ ਤਬਦੀਲੀ ਨਹੀਂ ਕੀਤੀ ਜਾਏਗੀ ਕਿਉਂਕਿ ਇੰਦਰਬੀਰ ਸਿੰਘ ਨਿੱਜਰ ਹੋਰਾਂ ਨੇ ਖੁਦ ਜਿਹੜਾ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਜਿਹੜਾ ਵੈ ਉਹ ਅਸਤੀਫਾ ਖੁਦ ਜਿਹੜਾ ਮੁੱਖ ਮੰਤਰੀ ਨੂੰ ਭੇਜਿਆ ਵੈ। ਉਹਨਾਂ ਨੂੰ ਕਿਤੇ ਹੋਰ ਜ਼ਿੰਮੇਵਾਰੀ ਜਿਹੜੀ ਹੈ ਉਹ ਪਾਰਟੀ ਲਗਾਉਣ ਦੀ ਤਿਆਰੀ ਕਰ ਰਹੀ ਹੈ, ਜਾਣਕਾਰੀ ਮਿਲੀ ਹੈ। ਔਰ ਇੰਦਰਬੀਰ ਸਿੰਘ ਨਿੱਜਰ ਹੋਰਾਂ ਦੀ ਜਗ੍ਹਾ ਤੋਂ 2 ਨਵੇਂ ਚਿਹਰੇ ਜਿਹੜੇ ਨੇ ਉਹ ਸ਼ਾਮਲ ਹੋ ਰਹੇ ਨੇ। ਇੱਕ ਤੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਖੁੱਡੀਆਂ ਪਰਿਵਾਰ ਦਾ ਇੱਕ ਵੱਡਾ ਨਾਮ ਜਿਹੜਾ ਵੈ ਉਹ ਲੰਬੀ ਹਲਕੇ ਦੇ ਵਿੱਚ, ਮਲੋਟ ਹਲਕੇ ਦੇ ਵਿੱਚ ਰਿਹਾ। ਉਹਨਾਂ ਦੇ ਪਿਤਾ ਦਾ ਇੱਕ ਵੱਡਾ ਨਾਮ ਜਿਹੜਾ ਵੈ ਉਹ ਰਿਹਾ ਵੈ। ਔਰ ਜਿਸ ਤਰੀਕੇ ਨਾਲ ਬਾਦਲ ਪਰਿਵਾਰ ਦੇ ਨਾਲ ਪਿਛਲੇ 2 ਦਸ਼ਕਾਂ ਤੋਂ ਉਹਨਾਂ ਦਾ ਜਿਹੜਾ ਟਾਕਰਾ ਰਿਹਾ ਤਾਂ 2022 ਦੇ ਵਿੱਚ ਉਹਨਾਂ ਨੇ ਜਿੱਤ ਹਾਸਲ ਕੀਤੀ ਸੀਗੀ। ਔਰ ਹੁਣ ਉਸੇ ਗੱਲ ਨੂੰ ਲੈ ਕੇ ਹੀ ਕਿਤੇ ਨਾ ਕਿਤੇ ਇਨਾਮ ਜਿਹੜਾ ਵੈ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੂੰ ਮਿਲਿਆ। ਕੈਬਨਿਟ ਦੇ ਵਿੱਚ ਕੱਲ ਹਿੱਸਾ ਬਣਨਗੇ। ਮੁੱਖ ਮੰਤਰੀ ਨੇ ਖੁਦ ਟੈਲੀਫੋਨ ਕਰਕੇ ਉਹਨਾਂ ਨੂੰ ਇਸ ਬਾਬਤ ਜਾਣਕਾਰੀ ਵੀ ਜਿਹੜੀ ਹੈ ਉਹ ਦੇ ਦਿੱਤੀ ਹੈ, ਵੀ ਜਾਣਕਾਰੀ ਮਿਲ ਰਹੀ ਹੈ। ਔਰ ਇਸ ਦੇ ਨਾਲ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਨੇ ਉਹ ਚੰਡੀਗੜ੍ਹ ਪਹੁੰਚ ਰਹੇ ਨੇ। ਔਰ ਕੱਲ 11 ਵਜੇ ਉਹ ਜਿਹੜੀ ਹੈ ਉਹਨਾਂ ਵੱਲੋਂ ਗਵਰਨਰ ਹਾਊਸ ਦੇ ਵਿੱਚ ਲਿੱਤੀ ਜਾਏਗੀ। ਔਰ ਇਸ ਦੇ ਨਾਲ ਬਲਕਾਰ ਸਿੰਘ ਡੀਐਸਪੀ ਰਹੇ, ਪੁਲਿਸ ਦੇ ਵਿੱਚ ਰਹੇ ਔਰ ਚੋਣ ਲੜਨ ਤੋਂ ਬਾਅਦ ਉਹਨਾਂ ਨੇ ਉਸ ਵੇਲੇ ਜਦੋਂ ਆਮ ਆਦਮੀ ਪਾਰਟੀ ਦੀ ਹਨੇਰੀ ਸੀ ਲੇਕਿਨ ਦੁਆਬਾ ਦੇ ਵਿੱਚ ਖਾਸ ਤੌਰ ਤੇ ਜਲੰਧਰ ਦੇ ਵਿੱਚ ਕਾਂਗਰਸ ਦਾ ਦਬਦਬਾ ਰਿਹਾ ਵਾ ਤਾਂ ਉੱਥੇ ਜਿੱਤ ਹਾਸਲ 2022 ਦੇ ਵਿੱਚ ਕੀਤੀ ਸੀਗੀ। ਔਰ ਜਦੋਂ ਜਿਮਨੀ ਚੋਣ ਬਾਈ ਇਲੈਕਸ਼ਨ ਦੀ ਹੋਈ ਤਾਂ ਉਸ ਵੇਲੇ ਬਿਕਰਮ ਸਿੰਘ ਮਜੀਠੀਆ ਵੀ ਲਗਾਤਾਰ ਨਾਮ ਜਿਹੜਾ ਵਾ ਉਹ ਬਲਕਾਰ ਸਿੰਘ ਹੋਰਾਂ ਦਾ ਲੈਂਦੇ ਹੋਏ ਨਜ਼ਰ ਆਏ ਸੀਗੇ। ਤਾਂ ਉਹਨਾਂ ਨੂੰ ਵੀ ਹੁਣ ਇੱਕ ਅਹਿਮ ਜ਼ਿੰਮੇਵਾਰੀ ਜਿਹੜੀ ਹੈ ਕੈਬਨਿਟ ਦਾ ਹਿੱਸਾ ਜਿਹੜਾ ਉਹ ਬਣਨ ਜਾ ਰਹੇ ਨੇ। ਔਰ ਦੂਸਰਾ ਇਹ ਵੀ ਹੈ ਕਿ ਨਵੀਂ ਕੈਬਨਿਟ ਦੀ ਰੂਪਰੇਖਾ ਕਿਸ ਤਰੀਕੇ ਦੀ ਹੋਏਗੀ ਇਸ ਬਾਬਤ ਮੁੱਖ ਮੰਤਰੀ ਇਸ ਵੇਲੇ ਮੀਟਿੰਗ ਵੀ ਕਰ ਰਹੇ ਨੇ। ਗੱਲਬਾਤ ਜਿਹੜੀ ਹੈ ਤੇ ਪੂਰੀ ਰੂਪਰੇਖਾ ਜਿਹੜੀ ਮੁੱਖ ਮੰਤਰੀ ਦੇ ਵੱਲੋਂ ਤਿਆਰ ਇਸ ਵੇਲੇ ਕੀਤੀ ਜਾ ਰਹੀ ਹੈ। ਔਰ ਕੱਲ ਹੁਣ 11 ਵਜੇ ਜਿੱਥੇ ਓਥ ਇਹਨਾਂ ਦੋਹਾਂ ਮੰਤਰੀਆਂ ਨੂੰ ਜਿਹੜੀ ਹੈ ਉਹ ਮੰਤਰੀ ਪਦ ਦੀ ਦਵਾਈ ਜਾਏਗੀ, ਉੱਥੇ ਹੀ ਇੱਕ ਡਿਨਰ ਵੀ ਜਿਹੜਾ ਵੈ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ। ਜਲੰਧਰ ਜਿੱਤਣ ਦੀ ਖੁਸ਼ੀ ਦੇ ਵਿੱਚ ਰੱਖਿਆ ਗਿਆ ਵਾ, ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਣਗੇ। ਔਰ ਨਾਲ ਹੀ ਨਾਲ ਜਿਹੜਾ ਵਾ ਸਾਰੇ ਮੰਤਰੀ ਉਸ ਡਿਨਰ ਦਾ ਹਿੱਸਾ ਜਿਹੜਾ ਉਹ ਬਣਨ ਜਾ ਰਹੇ ਨੇ। ਪੰਕਜ, ਲਾਜ਼ਮੀ ਤੌਰ ਤੇ ਕਿਉਂਕਿ ਨਿੱਜੀ ਕਾਰਨਾਂ ਦਾ ਹਵਾਲਾ ਆਮ ਤੌਰ ਤੇ ਇਸ ਤਰੀਕੇ ਨਾਲ ਹੀ ਕਿਹਾ ਜਾਂਦਾ ਹੈ, ਪਰ ਹੋਏ ਤਾਂ ਇੱਕ ਤਰੀਕੇ ਨਾਲ ਛੁੱਟੀ ਹੈ। ਵਜ੍ਹਾ ਕੀ ਹੈ ਇਸ ਦੀ ਕਿ ਇਸ ਨੂੰ ਐਸਜੀਪੀਸੀ ਦੇ ਇਲੈਕਸ਼ਨ ਨੂੰ ਲੈ ਕੇ ਹੋਰ ਹੀ ਹਲਚਲ ਦੇ ਨਾਲ ਜੋੜਿਆ ਜਾਵੇ ਜਾਂ ਫਿਰ ਦੂਜੇ ਪਾਸੇ ਕੋਈ ਹੋਰ ਵਜ੍ਹਾ? ਕਿਉਂਕਿ ਵਿਵਾਦਾਂ ਦੇ ਵਿੱਚ ਇੰਦਰਬੀਰ ਨਿੱਜਰ ਕੋਈ ਰਹੇ ਹੁਣ ਇਹ ਵੀ ਨਹੀਂ ਹੈ, ਕੁਝ ਹੋਰ ਮੰਤਰੀਆਂ ਦਾ ਨਾਮ ਖੂਬ ਚਰਚਾ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਰਿਹਾ ਹੈ। ਇਸ ਕਰਕੇ ਬਹੁਤ ਕਿਆਸ ਰਹੀਆਂ ਸੀ ਕਿ ਸ਼ਾਇਦ ਉਹਨਾਂ ਦੀ ਛੁੱਟੀ ਕਰ ਦਿੱਤੀ ਜਾਵੇ ਜਦੋਂ ਕਿਸੇ ਮੰਤਰੀ ਦੀ ਛੁੱਟੀ ਹੋਣ ਦੀ ਖਬਰ ਸਾਹਮਣੇ ਆ ਰਹੀ ਸੀ। ਇੰਦਰਬੀਰ ਨਿੱਜਰ ਦੀ ਕੁਰਸੀ ਜਾਣ ਦੀ ਵਜ੍ਹਾ ਕੋਈ ਸਪਸ਼ਟ ਹੋ ਪਾਈ ਹੈ ਕਿ ਆਖਿਰ ਅਜਿਹਾ ਕੀ ਕਾਰਨ ਬਣ ਗਿਆ ਕਿ ਉਹਨਾਂ ਦੀ ਕੁਰਸੀ ਚਲੀ ਗਈ? ਦੇਖੋ, ਅਫੀਸ਼ੀਅਲ ਤੌਰ ਤੇ ਉਹਨਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਜਿਹੜਾ ਹੈ ਉਹ ਦਿੱਤਾ ਹੈ। ਹਾਲਾਂਕਿ ਸਿਆਸਤ ਦੇ ਵਿੱਚ ਪਰਦੇ ਦੇ ਪਿੱਛੇ ਇੱਕ ਅਲੱਗ ਪਿਕਚਰ ਜਿਹੜੀ ਉਹ ਚੱਲ ਰਹੀ ਹੁੰਦੀ ਹੈ ਔਰ ਉਸ ਪਿਕਚਰ ਨੂੰ ਜਦੋਂ ਤੱਕ ਕੋਈ ਅਫੀਸ਼ੀਅਲ ਅਨਾਉਂਸਮੈਂਟ ਨਹੀਂ ਹੁੰਦੀ ਜਾਂ ਨਿੱਜਰ ਹੋਰੀ ਜਾਂ ਕਿਸੇ ਹੋਰ ਵੱਲੋਂ ਇਸ ਬਾਬਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਕਹਿਣਾ ਬੇਹੱਦ ਔਖਾ ਹੁੰਦਾ ਵਾ। ਲੇਕਿਨ ਇਹ ਹਰ ਕਿਸੇ ਨੂੰ ਪਤਾ ਹੁੰਦਾ ਹੈ ਕਿ ਸਿਆਸਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਿੱਜੀ ਕਾਰਨਾਂ ਦੀ ਵਜ੍ਹਾ ਕਰਕੇ ਕੋਈ ਮੰਤਰੀ ਪਦ ਦਾ ਅਹੁਦਾ ਜਿਹੜਾ ਉਹ ਨਹੀਂ ਛੱਡਦਾ। ਲੇਕਿਨ ਕੀ ਉਹਨਾਂ ਨੂੰ ਐਸਜੀਪੀਸੀ ਦੇ ਇਲੈਕਸ਼ਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਐਕਟਿਵ ਕਰਨ ਜਾ ਰਹੀ ਹੈ ਜਾਂ ਕਿਸੇ ਗੱਲ ਨੂੰ ਲੈ ਕੇ ਖਫਾ ਸੀ? ਕਿਉਂਕਿ ਨਿੱਜਰ ਹੋਰਾਂ ਦਾ ਜਿਹੜਾ ਤਜਰਬਾ ਦੇਖਿਆ ਜਾਵੇ ਜਾਂ ਜਿਸ ਤਰੀਕੇ ਨਾਲ ਲੋਕਾਂ ਨੇ ਜਦੋਂ ਕੈਬਨਿਟ ਦੇ ਵਿੱਚ ਆਉਣਾ ਸੀਗਾ ਚਰਚਾਵਾਂ ਇਹ ਸੀਗੀਆਂ ਕਿ ਹੈਲਥ ਡਿਪਾਰਟਮੈਂਟ ਉਹਨਾਂ ਨੂੰ ਦਿੱਤਾ ਜਾ ਸਕਦਾ, ਲੇਕਿਨ ਲੋਕਲ ਬੋਡੀ ਡਿਪਾਰਟਮੈਂਟ ਦਿੱਤਾ ਗਿਆ। ਔਰ 2024 ਦੀਆਂ ਲੋਕ ਸਭਾ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਲਗਾਤਾਰ ਇਸ ਗੱਲ ਦਾ ਜ਼ਿਕਰ ਹੁੰਦਾ ਹੈ ਕਿ ਜਿੰਨੇ ਵੀ ਸ਼ਹਿਰ ਨੇ
ਉਹਨਾਂ ਨੂੰ ਸਮਾਰਟ ਕਰਨਾ ਹੈ, ਉਹਨਾਂ ਨੂੰ ਸਾਫ਼ ਬਣਾਉਣਾ ਹੈ। ਉਸ ਦੇ ਲਈ ਨਿੱਜਰ ਹੋਰੀ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਲੱਗੇ ਵੀ ਹੋਏ ਸੀਗੇ, ਲੇਕਿਨ ਵਜ੍ਹਾ ਕੀ ਰਹੀ ਹੈ? ਇਹ ਵਜ੍ਹਾ ਜਿਹੜਾ ਕੋਸ਼ਿਸ਼ ਕਰਾਂਗੇ ਇੰਦਰਬੀਰ ਸਿੰਘ ਨਿੱਜਰ ਹੋਰਾਂ ਨਾਲ ਗੱਲਬਾਤ ਕਰਨ ਦੀ, ਉਹਨਾਂ ਨਾਲ ਸੰਪਰਕ ਅਸੀਂ ਸਾਧਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਉਹ ਇੱਥੇ ਜ਼ਿਆਦਾ ਸਪਸ਼ਟ ਜਿਹੜਾ ਵਾ ਉਹ ਤਫਸੀਲ ਨਾਲ ਜਾਣਕਾਰੀ ਜਿਹੜੀ ਹੈ ਉਹ ਦੇ ਸਕਦੇ ਨੇ। ਠੀਕ ਹੈ, ਤੁਸੀਂ ਨਜ਼ਰ ਬਣਾਏ ਰੱਖੋ, ਅੱਗੇ ਵੀ ਅਪਡੇਟ ਤੁਹਾਡੇ ਤੋਂ ਪੰਕਜ ਲਵਾਂਗੇ। ਤਾਂ ਇਸ ਸਮੇਂ ਦੀ ਵੱਡੀ ਖਬਰ ਦੇ ਉੱਤੇ ਅਸੀਂ ਲਗਾਤਾਰ ਨਜ਼ਰ ਬਣਾਏ ਹੋਏ ਹਾਂ। ਇਹ 3 ਤਸਵੀਰਾਂ ਤੁਹਾਨੂੰ ਟੀਵੀ ਸਕਰੀਨ ਦੇ ਉੱਤੇ ਨਜ਼ਰ ਆ ਰਹੀਆਂ ਨੇ। ਮਾਨ ਕੈਬਨਿਟ ਦਾ ਵਿਸਥਾਰ ਹੋਣ ਜਾ ਰਿਹਾ, 2 ਨਵੇਂ ਮੰਤਰੀ, 1 ਦੀ ਛੁੱਟੀ ਹੋਣ ਵਾਲੇ ਮੰਤਰੀ ਦਾ ਨਾਮ ਬਿਲਕੁਲ ਕਲੀਅਰ ਹੋ ਚੁੱਕਿਆ। ਨਾਮ ਹੈ ਇੰਦਰਬੀਰ ਸਿੰਘ ਨਿੱਜਰ। ਡਾਕਟਰ ਇੰਦਰਬੀਰ ਸਿੰਘ ਨਿੱਜਰ ਚੀਫ ਖਾਲਸਾ ਦੀਵਾਨ ਦੇ ਨਾਲ ਵੀ ਫਿਲਹਾਲ ਸਮੇਂ ਦੇ ਵਿੱਚ ਜੁੜੇ ਹੋਏ ਨੇ ਔਰ ਇੰਦਰਬੀਰ ਸਿੰਘ ਨਿੱਜਰ ਦੇ ਕੋਲ ਮੌਜੂਦਾ ਸਮੇਂ ਦੇ ਵਿੱਚ ਡਿਪਾਰਟਮੈਂਟ ਸੀ ਸਥਾਨਕ ਸਰਕਾਰਾਂ। ਤਾਂ ਜਿਹੜੇ ਆਪਣੇ ਪੂਰੇ ਸ਼ਹਿਰ ਕਸਬੇ ਆਉਂਦੇ ਨੇ ਸਿੱਧੇ ਤੌਰ ਦੇ ਉੱਤੇ ਇੰਦਰਬੀਰ ਸਿੰਘ ਨਿੱਜਰ ਦੇ ਅਧੀਨ ਆਉਂਦੇ ਸੀ, ਉਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਸੀ। ਤਾਂ ਉਸ ਨੂੰ ਲੈ ਕੇ ਫਿਲਹਾਲ ਉਹਨਾਂ ਦੇ ਵੱਲੋਂ ਤਾਂ ਰਿਜ਼ਾਈਨ ਕਰ ਦਿੱਤਾ ਗਿਆ। ਹੁਣ ਲੋਕਲ ਬਾਡੀ ਮਿਨਿਸਟਰੀ ਕਿਸ ਦੇ ਕੋਲ ਜਾਂਦੀ ਹੈ ਉਸ ਦੇ ਉੱਤੇ ਨਜ਼ਰ ਰਹੇਗੀ। 2 ਨਵੇਂ ਮੰਤਰੀ ਜਿਹੜੇ ਸ਼ਾਮਿਲ ਹੋਣਗੇ ਉਹਨਾਂ ਦੇ ਵਿੱਚ ਇਹਦੇ ਸਾਹਮਣੇ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਇੱਕ ਨਾਮ ਹੈ ਗੁਰਮੀਤ ਸਿੰਘ ਖੁੱਡੀਆਂ, ਲੰਬੀ ਤੋਂ ਵਿਧਾਇਕ ਚੁਣੇ ਗਏ। 2022 ਦੇ ਵਿੱਚ ਹਰਾਇਆ ਕਿਸ ਨੂੰ? ਪ੍ਰਕਾਸ਼ ਸਿੰਘ ਬਾਦਲ ਨੂੰ। ਬਹੁਤ ਵੱਡਾ ਨਾਮ ਸਿਆਸਤ ਦਾ, ਅਕਾਲੀ ਦਲ ਦਾ ਬਹੁਤ ਵੱਡਾ ਨਾਮ। ਬੇਸ਼ੱਕ ਹੁਣ ਉਹ ਸਾਡੇ ਨਾਲ ਇਸ ਸਮੇਂ ਦੁਨੀਆ ਦੇ ਵਿੱਚ ਮੌਜੂਦ ਨਹੀਂ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਾਲ ਹੀ ਦੇ ਵਿੱਚ ਪਿਛਲੇ ਕੁਝ ਦਿਨ ਪਹਿਲਾਂ ਉਹਨਾਂ ਦਾ ਦੇਹਾਂਤ ਹੋਇਆ, ਪਰ ਇੱਕ ਵੱਡਾ ਨਾਮ ਉਸ ਸਮੇਂ ਜ਼ਰੂਰ ਗੁਰਮੀਤ ਸਿੰਘ ਖੁੱਡੀਆਂ ਹਰਾਉਣ ਦੇ ਵਿੱਚ ਕਾਮਯਾਬ ਰਹੇ ਸੀ। ਨਾਮ ਸੀ ਪ੍ਰਕਾਸ਼ ਸਿੰਘ ਬਾਦਲ। ਤੇ ਉਸ ਤੋਂ ਬਾਅਦ ਬਲਕਾਰ ਸਿੰਘ ਕਰਤਾਰਪੁਰ ਤੋਂ ਚੋਣ ਲੜੇ ਤੇ ਜਿੱਤੇ ਔਰ ਜਿੱਤ ਹਾਸਲ ਕਰਕੇ ਵਿਧਾਨ ਸਭਾ ਪਹੁੰਚੇ। ਔਰ ਕਿਉਂਕਿ ਬਲਕਾਰ ਸਿੰਘ ਦੀ ਜਿਹੜੀ ਜਿੱਤ ਹੈ ਉਹ ਵੱਡੀ ਤਾਂ ਉਸ ਸਮੇਂ ਸੀ, ਪਰ ਦੂਜੇ ਪਾਸੇ ਬਲਕਾਰ ਸਿੰਘ ਦਾ ਹਲਕਾ ਉਸ ਹਲਕੇ ਦੇ ਵਿੱਚ ਵੀ ਆਉਂਦਾ, ਉਸ ਲੋਕ ਸਭਾ ਹਲਕੇ ਦੇ ਵਿੱਚ ਆਉਂਦਾ ਜਿਸ ਦੇ ਵਿੱਚ ਬਾਈ ਇਲੈਕਸ਼ਨ ਹਾਲ ਹੀ ਦੇ ਸਮੇਂ ਦੇ ਵਿੱਚ ਹੋਈਆਂ ਨੇ। ਜ਼ਿਮਨੀ ਚੋਣ ਜਲੰਧਰ ਦੀ ਹੋਈ ਔਰ ਇੱਕ ਤਰੀਕੇ ਨਾਲ ਵਕਾਰ ਦਾ ਸਵਾਲ ਆਮ ਆਦਮੀ ਪਾਰਟੀ ਦੇ ਲਈ ਇਹ ਚੋਣ ਬਣੀ ਹੋਈ ਸੀ ਔਰ ਵਕਾਰ ਦੇ ਸਵਾਲ ਦੇ ਵਿਚਾਲੇ ਜਿੱਤ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੇ। ਕਿਉਂਕਿ ਜਦੋਂ ਸਰਕਾਰ ਬਣੀ 2022 ਦੇ ਵਿੱਚ, ਉਸ ਤੋਂ ਬਾਅਦ 2-2.5 ਮਹੀਨੇ ਬਾਅਦ 3 ਮਹੀਨੇ ਬਾਅਦ ਸੰਗਰੂਰ ਦੀ ਬਾਈ ਇਲੈਕਸ਼ਨ ਆ ਗਈ। ਸੰਗਰੂਰ ਜ਼ਿਮਨੀ ਚੋਣ ਹੋਈ ਜੋ ਕਿ ਗੜ ਕਿਹਾ ਜਾਂਦਾ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਦਾ। ਤਾਂ ਸੰਗਰੂਰ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਰਕੇ ਜਦੋਂ ਅਗਲਾ ਬਾਈ ਇਲੈਕਸ਼ਨ ਆਇਆ ਜਲੰਧਰ ਵਾਲਾ, ਤਾਂ ਫਿਰ ਵਕਾਰ ਦਾ ਸਵਾਲ ਇੱਕ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਹਾਕਮ ਧਿਰ ਦੇ ਲਈ ਬਣ ਗਿਆ ਕਿ ਜੇ ਇੱਥੇ ਵੀ ਹਾਰੇ ਤਾਂ ਫਿਰ ਦਿੱਕਤਾਂ ਵੱਧ ਸਕਦੀਆਂ ਨੇ ਸੰਗਠਨ ਦੇ ਤੌਰ ਦੇ ਉੱਤੇ ਵੀ। ਪਰ ਉੱਥੇ ਜਿੱਤ ਹਾਸਲ ਹੋਈ। 9 ਦੇ ਵਿੱਚੋਂ 7 ਸੀਟਾਂ ਦੇ ਉੱਤੇ, ਲੋਕ ਸਭਾ ਦੀਆਂ 9 ਜਿਹੜੀਆਂ ਵਿਧਾਨ ਸਭਾ ਹਲਕੇ ਨੇ ਉਹਨਾਂ ਦੇ ਵਿੱਚੋਂ 7 ਦੇ ਉੱਤੇ ਜਿੱਤ ਹਾਸਲ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਆਮ ਆਦਮੀ ਪਾਰਟੀ ਨੇ। ਉਹ ਟੋਟਲ ਜੇ ਲੋਕ ਸਭਾ ਦੀ ਚੋਣ ਦਾ ਅਸੀਂ ਜ਼ਿਕਰ ਕਰੀਏ, ਜ਼ਿਮਨੀ ਚੋਣ ਦਾ ਕਰੀਬ 60,000 ਵੋਟਾਂ ਦੇ ਫਰਕ ਦੇ ਨਾਲ ਸੁਸ਼ੀਲ ਰਿੰਕੂ ਨੇ ਜਿੱਤ ਹਾਸਲ ਕੀਤੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਲੋਕ ਸਭਾ ਗਏ ਜਿੱਤ ਕੇ ਉੱਥੋਂ। ਤਾਂ ਕਰਤਾਰਪੁਰ ਦਾ ਹਲਕਾ ਉਸ ਦੇ ਵਿੱਚ ਆਉਂਦਾ। ਇਸ ਕਰਕੇ ਵੀ ਇਹ ਕਿਹਾ ਜਾ ਸਕਦਾ ਕਿ ਲੋਕ ਸਭਾ ਚੋਣ ਜੋ ਜ਼ਿਮਨੀ ਚੋਣ ਹੋਈ ਉਸ ਦੇ ਵਿੱਚ ਜਿੱਤ ਦਾ ਇਨਾਮ ਇੱਕ ਤਰੀਕੇ ਦੇ ਨਾਲ ਬਲਕਾਰ ਸਿੰਘ ਦੇ ਕੋਲ ਪਹੁੰਚਿਆ। 4 ਵਿਧਾਇਕ ਨੇ ਜੋ ਲੋਕ ਸਭਾ ਜਲੰਧਰ ਦੇ ਵਿੱਚ ਆਉਂਦੇ ਨੇ ਵਿਧਾਨ ਸਭਾ ਹਲਕੇ ਜਿੱਥੇ ਆਮ ਆਦਮੀ ਪਾਰਟੀ ਨੇ ਚੋਣ ਜਿੱਤੀ। ਉਹਨਾਂ ਦੇ ਵਿੱਚ ਇੱਕ ਹਲਕਾ ਜਲੰਧਰ ਵੈਸਟ ਦਾ ਜਿੱਥੋਂ ਸ਼ੀਤਲ ਅੰਗੁਰਾਲ ਜਿੱਤੇ ਔਰ 2022 ਦੇ ਵਿੱਚ ਇਨਫੈਕਟ ਉਹਨਾਂ ਨੇ ਸੁਸ਼ੀਲ ਰਿੰਕੂ ਨੂੰ ਹਰਾਇਆ ਸੀ। ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਹੁਣ MP ਬਣ ਚੁੱਕੇ ਨੇ। ਉਸ ਦੇ ਨਾਲ ਹੀ ਇੱਕ ਹਲਕਾ ਕਰਤਾਰਪੁਰ ਜਿੱਥੇ ਬਲਕਾਰ ਸਿੰਘ ਜਿੱਤੇ 2022 ਦੇ ਵਿੱਚ ਤੇ ਮੌਜੂਦਾ ਸਮੇਂ ਦੇ ਵਿੱਚ ਇਸ ਸਮੇਂ ਉਹ ਕੈਬਨਿਟ ਮੰਤਰੀ ਬਣਨ ਜਾ ਰਹੇ ਨੇ। ਕਰਤਾਰਪੁਰ ਤੋਂ ਵਿਧਾਇਕ 2022 ਦੇ ਵਿੱਚ ਬਣੇ ਸੀ। ਔਰ ਇਸ ਤੋਂ ਬਾਅਦ 2 ਹੋਰ ਜਿਹੜੇ ਹਲਕੇ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਇੱਕ ਹੈਗਾ ਨਕੋਦਰ ਦਾ ਜਿੱਥੋਂ ਇੰਦਰਜੀਤ ਕੌਰ ਮਾਨ ਆਮ ਆਦਮੀ ਪਾਰਟੀ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ। ਤੇ ਇਸ ਦੇ ਨਾਲ ਹੀ ਇੱਕ ਹੈ ਜਲੰਧਰ ਸੈਂਟਰਲ ਜਿੱਥੋਂ ਆਮ ਆਦਮੀ ਪਾਰਟੀ ਦੇ ਰਮਨ ਅਰੋੜਾ ਜਿੱਤੇ ਸਨ। ਤੇ ਉਹ ਸਾਰੇ ਹਲਕਿਆਂ ਦਾ ਮੈਂ ਜ਼ਿਕਰ ਕਰ ਰਿਹਾ ਜਿਹੜੇ ਆਮ ਆਦਮੀ ਪਾਰਟੀ ਦੇ ਕੋਲ ਜਲੰਧਰ ਵਾਲੇ ਲੋਕ ਸਭਾ ਦੇ ਵਿੱਚ ਪੈਂਦੇ ਹਲਕੇ ਨੇ। ਤਾਂ ਉਹਨਾਂ ਦੇ ਵਿੱਚੋਂ 4 ਦੇ ਵਿੱਚੋਂ ਇੱਕ ਬਲਕਾਰ ਸਿੰਘ ਦਾ ਨਾਮ ਸਾਹਮਣੇ ਆਇਆ ਜੋ ਕਿ ਹੁਣ ਮੰਤਰੀ ਦੇ ਅਹੁਦੇ ਦੇ ਉੱਤੇ ਵਿਰਾਜਮਾਨ ਹੋਣ ਜਾ ਰਹੇ ਨੇ। ਗੁਰਮੀਤ ਖੁੱਡੀਆਂ ਤੇ ਬਲਕਾਰ ਸਿੰਘ 2 ਨਵੇਂ ਨਾਮ। ਡਿਪਾਰਟਮੈਂਟ ਇਹਨਾਂ ਨੂੰ ਕਿਹੜੇ ਮਿਲਦੇ ਨੇ, ਕਿਹੜਾ ਡਿਪਾਰਟਮੈਂਟ ਇਹਨਾਂ ਨੂੰ ਦਿੱਤਾ ਜਾਂਦਾ ਹੈ, ਉਸ ਦੇ ਉੱਤੇ ਨਜ਼ਰਾਂ ਲਾਜ਼ਮੀ ਤੌਰ ਦੇ ਉੱਤੇ ਰਹਿਣਗੀਆਂ। ਸਥਾਨਕ ਸਰਕਾਰਾਂ ਬਾਰੇ ਮੰਤਰਾਲਾ ਕਿਸ ਦੇ ਕੋਲ ਜਾਂਦਾ ਹੈ ਕਿ ਗੁਰਮੀਤ ਖੁੱਡੀਆਂ ਜਾਂ ਬਲਕਾਰ ਸਿੰਘ ਦੇ ਕੋਲ ਜਾਂ ਫਿਰ ਕਿਸੇ ਹੋਰ ਮੰਤਰੀ ਨੂੰ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਮੰਤਰੀ ਨੇ। ਕਿਉਂਕਿ ਪੋਰਟਫੋਲੀਓ ਵੀ ਆਮ ਤੌਰ ਤੇ ਚੇਂਜ ਕੀਤੇ ਜਾਂਦੇ ਨੇ। ਜੋ 2 ਨਵੇਂ ਮੰਤਰੀ ਆ ਰਹੇ ਨੇ ਤਾਂ ਹੋ ਸਕਦਾ ਹੈ ਕਿ ਮੁੱਖ ਮੰਤਰੀ ਦੇ ਕੋਲ ਬਹੁਤ ਸਾਰੇ ਡਿਪਾਰਟਮੈਂਟ ਹੁੰਦੇ ਨੇ, 1-2 ਡਿਪਾਰਟਮੈਂਟ CM ਸ਼ਿਫਟ ਕਰ ਦਿੰਦੇ ਨੇ ਜਿਹੜੇ ਨਵੇਂ ਮੰਤਰੀ ਬਣਾਏ ਜਾਂਦੇ ਨੇ।